ਦੁਖਦਾਈ ਗੱਲ ਹੈ ਕਿ ਇੱਕ ਆਦਮੀ ਜਿਸ ਨੂੰ ਪੰਜਾਬੀਆਂ ਨੇ ਬਹੁਤ ਮਾਣ ਦਿੱਤਾ ਔਰ ਉਸ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ 2014 ਚ 4 ਲੋਕ ਸਭਾ ਦੀ ਸੀਟਾਂ ਜਿਤਾਈਆਂ ਅਰਵਿੰਦ ਕੇਜਰੀਵਾਲ, ਉਹ ਮੋਦੀ ਸਾਹਿਬ ਦੇ ਵੱਲੋਂ ਕਾਲੇ ਕਾਨੂੰਨ ਜਿਹੜੇ ਬਣਾਏ ਗਏ ਕਿਸਾਨ ਵਿਰੋਧੀ, ਉਹਨਾਂ ਦੇ ਮੂਕ ਦਰਸ਼ਕ ਬਣ ਕੇ ਬੈਠੇ ਨੇ, ਚੁੱਪਧਾਰੀ ਬੈਠੇ। ਮਾੜਾ ਮੋਟਾ ਕੋਈ ਟਵੀਟ ਕਰ ਦੇਣਾ, ਬਿਆਨ ਦੇਣਾ, ਉਹ ਕਾਫੀ ਵਿਰੋਧ ਨਹੀਂ ਹੁੰਦਾ। ਉਹ ਦਿੱਲੀ 'ਚ ਬੈਠੇ ਨੇ। ਫਰਜ਼ ਕਰੋ ਜਿੱਦਾਂ ਕਿਸਾਨ ਬੈਠੇ ਨੇ ਪਟੜੀਆਂ ਤੇ ਸੜਕਾਂ ਤੇ, ਅਗਰ ਅਰਵਿੰਦ ਕੇਜਰੀਵਾਲ ਇੱਕ ਦਿਨ ਜੰਤਰ ਮੰਤਰ ਤੇ ਉੱਥੇ ਜਾ ਕੇ ਜਾਂ 2-4 ਦਿਨ ਦਾ ਉੱਥੇ ਇੱਕ ਧਰਨਾ ਦਿੰਦੇ, ਸਾਰਾ ਨੈਸ਼ਨਲ ਮੀਡੀਆ ਉੱਥੇ ਜਾਣਾ ਸੀ। ਬੀਜੇਪੀ ਦੇ ਉੱਤੇ ਲਾਜ਼ਮੀ ਬਹੁਤ ਪ੍ਰੈਸ਼ਰ ਪੈਣਾ ਸੀ। ਦੋਸਤੋ, ਇਸ ਵਕਤ ਆਪਾਂ ਦੇਖ ਰਹੇ ਹਾਂ ਕਿ ਸਾਰੇ ਭਾਰਤ ਵਿੱਚ ਕਿਸਾਨ ਵਿਰੋਧੀ ਕਾਨੂੰਨਾਂ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਔਰ ਹਰ ਵਰਗ ਦੇ ਲੋਕ ਵਿਰੋਧ ਕਰ ਰਹੇ ਨੇ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਵਿਰੋਧ ਕਰ ਰਹੀਆਂ ਨੇ। ਔਰ ਖਾਸ ਤੌਰ ਤੇ ਮੈਂ ਜੇ ਜ਼ਿਕਰ ਕਰਾਂ, ਕਿਸਾਨਾਂ ਨੇ ਤਾਂ ਵਿਰੋਧ ਕਰਨਾ ਸੀਗਾ, ਈਵਨ ਆਰਟਿਸਟ ਲੋਕ, ਸਿੰਗਰ ਲੋਕ, ਜਿਹੜੇ ਮਜ਼ਦੂਰ ਗਰੀਬ ਲੋਕ ਨੇ, ਆੜਤੀਏ ਨੇ, ਉਹ ਸਾਰੇ ਇਸ ਵਕਤ ਸੜਕਾਂ ਤੇ ਉਤਰੇ ਹੋਏ ਨੇ, ਵਿਰੋਧ ਕਰ ਰਹੇ ਨੇ। ਦੁਖਦਾਈ ਗੱਲ ਹੈ ਕਿ ਇੱਕ ਆਦਮੀ ਜਿਸ ਨੂੰ ਪੰਜਾਬੀਆਂ ਨੇ ਬਹੁਤ ਮਾਣ ਦਿੱਤਾ ਔਰ ਉਸ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ 2014 ਚ 4 ਲੋਕ ਸਭਾ ਦੀ ਸੀਟਾਂ ਜਿਤਾਈਆਂ ਅਰਵਿੰਦ ਕੇਜਰੀਵਾਲ, ਉਹ ਮੋਦੀ ਸਾਹਿਬ ਦੇ ਵੱਲੋਂ ਕਾਲੇ ਕਾਨੂੰਨ ਜਿਹੜੇ ਬਣਾਏ ਗਏ ਕਿਸਾਨ ਵਿਰੋਧੀ, ਉਹਨਾਂ ਦੇ ਮੂਕ ਦਰਸ਼ਕ ਬਣ ਕੇ ਬੈਠੇ ਨੇ, ਚੁੱਪਧਾਰੀ ਬੈਠੇ ਨੇ। ਮਾੜਾ ਮੋਟਾ ਕੋਈ ਟਵੀਟ ਕਰ ਦੇਣਾ, ਬਿਆਨ ਦੇਣਾ, ਉਹ ਕਾਫੀ ਵਿਰੋਧ ਨਹੀਂ ਹੁੰਦਾ। ਉਹ ਦਿੱਲੀ 'ਚ ਬੈਠੇ ਨੇ। ਫਰਜ਼ ਕਰੋ ਜਿੱਦਾਂ ਕਿਸਾਨ ਬੈਠੇ ਨੇ ਪਟੜੀਆਂ ਤੇ ਸੜਕਾਂ ਤੇ, ਅਗਰ ਅਰਵਿੰਦ ਕੇਜਰੀਵਾਲ ਇੱਕ ਦਿਨ ਜੰਤਰ ਮੰਤਰ ਤੇ ਉੱਥੇ ਜਾ ਕੇ ਜਾਂ 2-4 ਦਿਨ ਦਾ ਉੱਥੇ ਇੱਕ ਧਰਨਾ ਦਿੰਦੇ, ਸਾਰਾ ਨੈਸ਼ਨਲ ਮੀਡੀਆ ਉੱਥੇ ਜਾਣਾ ਸੀ। ਬੀਜੇਪੀ ਦੇ ਉੱਤੇ ਲਾਜ਼ਮੀ ਬਹੁਤ ਪ੍ਰੈਸ਼ਰ ਪੈਣਾ ਸੀ, ਲੇਕਿਨ ਉਹਨਾਂ ਨੇ ਇਸ ਰਾਹ ਨੂੰ ਚੁਣਿਆ ਨਹੀਂਗਾ। ਉਹ ਕਿਉਂ ਨਹੀਂ ਚੁਣਿਆ, ਉਹ ਮੈਂ ਸਮਝਦਾ ਕਿ ਉਹਨਾਂ ਨੂੰ ਆਪ ਇਸ ਦੀ ਦੱਸਣਾ ਚਾਹੀਦਾ ਕਿ ਉਹਨਾਂ ਨੇ ਕਿਉਂ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਤੌਰ ਤੇ ਸਿੱਖਾਂ ਨੂੰ, ਕਿਉਂਕਿ ਜਿਹੜੀਆਂ ਘੱਟ ਗਿਣਤੀਆਂ ਨੇ ਨਾ ਇਸ ਦੇਸ਼ ਦੇ ਵਿੱਚ, ਉਹਨਾਂ ਨੂੰ ਚੰਗੇ ਆਗੂਆਂ ਤੋਂ ਉਮੀਦ ਹੁੰਦੀ ਆ ਕਿ ਇਹ ਜਿਹੜੇ ਆਗੂ ਨੇ ਇਹ ਸਾਡੀ ਹਿਫਾਜ਼ਤ ਕਰਨਗੇ, ਲੇਕਿਨ ਉਹਨਾਂ ਨੇ ਇਸ ਸਾਰੇ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਜ਼ਮੀਨ ਪੱਧਰ ਦੇ ਉੱਤੇ ਕੋਈ ਡਟਵਾਂ ਵਿਰੋਧ ਨਹੀਂ ਕੀਤਾ। ਔਰ ਮੈਂ ਜਦੋਂ ਥੋੜਾ ਜਿਹਾ ਧਿਆਨ ਨਾਲ ਪਿੱਛੇ ਝਾਤ ਮਾਰਦਾ ਪਿਛਲੇ ਕੁਝ ਸਮੇਂ ਤੋਂ, ਤਾਂ ਉਹਨਾਂ ਦੇ ਜਿਹੜੇ ਟੇਵਰ ਨੇ ਉਹ ਬਦਲੇ ਹੋਏ ਨੇ। ਐਂ ਲੱਗਦਾ ਜਿੱਦਾਂ ਉਹ ਮੋਦੀ ਦੇ ਨਾਲ ਜਾਂ ਤਾਂ ਅੰਦਰੋਂ ਸੁਲਾਹਕੁੰਨ ਨੇ ਤੇ ਜਾਂ ਉਹਨਾਂ ਤੋਂ ਡਰਦੇ ਨੇ। ਪਿੱਛੇ ਤੁਸੀਂ ਦੇਖਿਆ ਕਿ ਸ਼ਹੀਨ ਬਾਗ ਦਾ ਮੋਰਚਾ ਲੱਗਿਆ ਦਿੱਲੀ ਦੇ ਵਿੱਚ, ਸਾਰੇ ਵਰਗਾਂ ਦੇ ਲੋਕਾਂ ਨੇ ਉੱਥੇ ਸ਼ਮੂਲੀਅਤ ਕੀਤੀ, ਹਰ ਕਿਸਮ ਦੇ ਹਿਊਮਨ ਰਾਈਟ ਐਕਟਿਵਿਸਟ ਨੇ ਔਰ ਜਿਹੜੇ ਇਨਸਾਫ ਪਸੰਦ ਲੋਕ ਸੀਗੇ ਉੱਥੇ ਸਾਰੇ ਪਹੁੰਚੇ, ਲੇਕਿਨ ਅਰਵਿੰਦ ਕੇਜਰੀਵਾਲ ਨੇ ਉੱਥੇ ਵੀ ਜਾ ਕੇ ਉਹਨਾਂ ਦੀ ਸਪੋਰਟ ਨਹੀਂ ਕੀਤੀ। ਔਰ ਸ਼ਹੀਨ ਬਾਗ ਦੇ ਮੋਰਚੇ ਤੋਂ ਬਾਅਦ ਚੋਣਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦਿੱਲੀ 'ਚ ਦੰਗੇ ਕੀਤੇ ਗਏ। ਬੀਜੇਪੀ ਦੇ ਵਰਕਰਾਂ ਨੇ, ਆਰਐਸਐਸ ਦੇ ਬੰਦਿਆਂ ਨੇ ਮਿੱਥ ਕੇ ਇੱਕ ਫਿਰਕੇ ਨੂੰ, ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਕੇ ਔਰ ਉਹਨਾਂ ਲੋਕਾਂ ਨੂੰ ਮਾਰਿਆ। ਅਰਵਿੰਦ ਕੇਜਰੀਵਾਲ ਦਿੱਲੀ ਦੇ ਚੀਫ ਮਿਨਿਸਟਰ ਸੀਗੇ। ਮੰਨ ਲਿਆ ਕਿ ਉਹਨਾਂ ਦੇ ਕੋਲ ਪੁਲਿਸ ਨਹੀਂ, ਲੇਕਿਨ ਉਹਨਾਂ ਕੋਲ 55-60 ਐਮਐਲਏ ਸੀਗੇ। ਅਗਰ ਉਹ ਬਤੌਰ ਇਨਸਾਨ ਹੀ ਆਣ ਕੇ ਸੜਕਾਂ ਤੇ ਨਿਕਲ ਕੇ ਤੇ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ, ਤਾਂ ਮੈਂ ਫਿਰ ਕਹਿਣਾ ਚਾਹੁੰਦਾ ਕਿ ਉਹ ਦੰਗੇ ਨਹੀਂ ਸੀ ਹੋਣੇ, ਲੇਕਿਨ ਇਹਨਾਂ ਨੇ ਉਸ ਦੇ ਉੱਤੇ ਵੀ ਬਿਲਕੁਲ ਕੋਈ ਠੋਸ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਹੀ ਯੂਆਪਾ ਦਾ ਕਾਲਾ ਕਾਨੂੰਨ ਬਣਾਇਆ ਗਿਆ ਬੀਜੇਪੀ ਵੱਲੋਂ, ਔਰ ਯੂਆਪਾ ਇਕੱਲਾ ਪੰਜਾਬ 'ਚ ਦੁਰਉਪਯੋਗ ਨਹੀਂ ਕੀਤਾ ਗਿਆ, ਸਾਰੇ ਦੇਸ਼ ਦੇ ਵਿੱਚ ਬੀਜੇਪੀ ਨੇ ਚੁਣ ਕੇ ਜਿਹੜੇ ਉਹਨਾਂ ਦੇ ਸਿਆਸੀ ਵਿਰੋਧੀ ਸੀਗੇ ਜਾਂ ਜਿਹੜੇ ਲੋਕ ਕੋਈ ਅੱਛਾ ਕੰਮ ਕਰਦੇ ਸੀ, ਹਿਊਮਨ ਰਾਈਟਸ ਦੀ, ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਸੀਗੇ, ਉਹਨਾਂ ਦੇ ਉੱਤੇ ਪਰਚੇ ਕਰਕੇ ਤੇ ਯੂਆਪਾ ਵਿੱਚ ਚੱਕ ਕੇ ਅੰਦਰ ਦੇ ਦਿੱਤੇ। ਉਹਨਾਂ 'ਚ ਵਿਸ਼ੇਸ਼ ਤੌਰ ਤੇ ਜ਼ਿਕਰ ਆਉਂਦਾ ਵਾ ਅੰਬੇਦਕਰ ਸਾਹਿਬ ਦੇ ਪੋਤੇ ਦਾ ਅਨਿਲ ਤਿਲ ਤੁੰਬੜੇ ਦਾ। ਮਹਾਰਾਸ਼ਟਰ ਵਿੱਚ ਉਹ ਟ੍ਰਾਈਬਲ ਏਰੀਆਜ਼ ਤੇ ਦਲਿਤਾਂ ਲਈ ਕੰਮ ਕਰਦੇ ਸੀਗੇ, ਉਹਨੂੰ ਯੂਆਪਾ 'ਚ ਫੜਿਆ ਗਿਆ। ਅਰਵਿੰਦ ਕੇਜਰੀਵਾਲ ਨੇ ਉਹਨੂੰ ਕੰਡੈਮ ਨਹੀਂ ਕੀਤਾ। ਵਰਵਰਾ ਰਾਓ, ਦਿੱਲੀ ਦੇ ਵਿੱਚ ਸਫੂਰਾ ਜਰਗਰ, ਜਿਹੜੀ ਕਿ ਇੱਕ ਜਾਮੀਆ ਮਿਲੀਆ ਯੂਨੀਵਰਸਿਟੀ ਆ, ਇਦਾਂ ਦੇ ਜਿਹੜੇ ਇੰਟੈਲੈਕਚੁਅਲ ਲੋਕ ਸੀਗੇ, ਜਿਹੜੇ ਸ਼ਾਹੀਨ ਬਾਗ ਦੇ ਵਿੱਚ ਬੀਜੇਪੀ ਦੀ CAA ਜਿਹੜਾ ਇੱਕ ਸਿਟੀਜ਼ਨ ਅਮੈਂਡਮੈਂਟ ਬਿੱਲ ਆਇਆ, ਜਿਹਦੇ ਤੇ ਕੇਜਰੀਵਾਲ ਨੇ ਉਹਦਾ ਵਿਰੋਧ ਨਹੀਂ ਕੀਤਾ, ਉਹਦੇ ਖਿਲਾਫ ਮੋਰਚਾ ਲੱਗਿਆ ਸੀ, ਉਹਨਾਂ ਸਾਰਿਆਂ ਨੂੰ ਚੱਕ ਕੇ ਟਾਰਗੇਟ ਕਰਕੇ ਯੂਆਪਾ ਵਿੱਚ ਤਹਿਤ ਨਜ਼ਰਬੰਦ ਕਰ ਦਿੱਤਾ। ਲੇਕਿਨ ਅਰਵਿੰਦ ਕੇਜਰੀਵਾਲ ਹੋਣਾ ਨੇ ਉਹਦਾ ਵੀ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ। ਇੱਥੇ ਬਸ ਨਹੀਂ, ਜਿਹੜਾ ਦਿੱਲੀ ਦਾ ਘੱਟ ਗਿਣਤੀ ਵਰਗ ਸੀ, ਚਾਹੇ ਉਹ ਮੁਸਲਮਾਨ ਸੀ, ਚਾਹੇ ਉਹ ਦਲਿਤ ਸੀ, ਚਾਹੇ ਉਹ ਈਸਾਈ ਸੀ, ਉਹਨਾਂ ਨੇ ਰਿਪੀਟਡਲੀ ਅਰਵਿੰਦ ਕੇਜਰੀਵਾਲ ਨੂੰ ਬਹੁਤ ਸਪੋਰਟ ਕੀਤੀ, ਜਿੱਦਾਂ ਸਿੱਖਾਂ ਨੇ ਪੰਜਾਬ ਦੇ ਵਿੱਚ ਕੀਤੀ ਸੀ। ਲੇਕਿਨ ਜਦੋਂ ਜੰਮੂ ਕਸ਼ਮੀਰ ਦੇ 2 ਟੋਟੇ ਕੀਤੇ ਗਏ ਬੀਜੇਪੀ ਵੱਲੋਂ, ਉਦੋਂ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੀ ਮਦਦ ਕੀਤੀ। ਆਪ ਕਹਿੰਦੇ ਸੀਗੇ ਕਿ ਦਿੱਲੀ ਯੂਟੀ ਨਹੀਂ ਹੋਣੀ ਚਾਹੀਦੀ, ਇੱਕ ਪੂਰਾ ਇਸ ਨੂੰ ਮੁਕੰਮਲ ਸੂਬੇ ਦਾ ਦਰਜਾ ਮਿਲਣਾ ਚਾਹੀਦਾ ਵਾ। ਤੇ ਜਦੋਂ ਇੱਕ ਚੰਗੇ ਭਲੇ ਸੂਬੇ ਦੇ ਨੂੰ ਤੋੜ ਕੇ 2 ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ ਗਈਆਂ, ਉਹਦੇ ਤੇ ਕੋਈ ਸ਼ਬਦ ਇਹਨਾਂ ਦੇ ਮੂੰਹ ਤੋਂ ਨਹੀਂ ਨਿਕਲਿਆ। ਇਸ ਕਰਕੇ ਮੈਂ ਸਿਰਫ ਇਸ ਕਰਕੇ ਨਹੀਂ ਕਿ ਮੈਂ ਉਹਨਾਂ ਦੇ ਖਿਲਾਫ ਆ ਜਾਂ ਕਿ ਉਹਨਾਂ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ, ਪਰ ਮੈਂ
ਸਿਰਫ ਆਹ ਜਿਹੜੇ ਪਿਛਲੇ ਕੁਝ ਇਨਸੀਡੈਂਟਸ ਨੇ ਰੀਸੈਂਟ, ਜੋ ਉਹਨਾਂ ਦਾ ਇੱਕ ਕਿਰਦਾਰ ਲੈ ਕੇ ਮੂਹਰੇ ਆਉਂਦਾ ਵਾ ਕਿ ਜਦੋਂ ਵੀ ਕਿਤੇ ਬੀਜੇਪੀ ਕੋਈ ਜ਼ਿਆਦਤੀ ਕਰਦੀ ਹੈ ਇਸ ਦੇਸ਼ ਦੇ ਲੋਕਾਂ ਦੇ ਨਾਲ, ਤੇ ਅਰਵਿੰਦ ਕੇਜਰੀਵਾਲ ਚੁੱਪ ਰਹਿੰਦੇ ਨੇ। ਇਸ ਕਰਕੇ ਇਹਦਾ ਤਾਂ ਹੁਣ ਕਲੈਰੀਫਿਕੇਸ਼ਨ ਤੇ ਜਵਾਬ ਉਹਨਾਂ ਦਾ ਦੇਣਾ ਬਣਦਾ, ਨਹੀਂ ਦੇਣਾ ਉਹਨਾਂ ਦੀ ਮਰਜ਼ੀ ਆ। ਪਰ ਆਫਟਰ ਆਲ ਜਦੋਂ ਤੁਸੀਂ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਡਟਮਾ ਵਿਰੋਧ ਨਹੀਂ ਕਰਦੇ, ਲੋਕ ਤੁਹਾਡੇ ਸਾਰੀ ਛਵੀ ਨੂੰ ਅੱਛੀ ਤਰ੍ਹਾਂ ਨਾਲ ਦੇਖ ਰਹੇ। ਇਸ ਦੇ ਨਾਲ ਮੈਂ ਇੱਕ ਇੰਪੋਰਟੈਂਟ ਇਸ਼ੂ, ਹਰਦੀਪ ਪੁਰੀ ਜਿਹੜੇ ਮਿਨਿਸਟਰ ਨੇ ਬੀਜੇਪੀ ਦੇ, ਉਹਨਾਂ ਨੇ ਪਿਛਲੇ 2 ਦਿਨ ਪਹਿਲਾਂ ਆਣ ਕੇ ਪੰਜਾਬ 'ਚ ਇਹ ਗੱਲ ਕਹੀ ਜੀ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਹੁੱਲੜਬਾਜ਼ੀ ਕਰ ਰਹੇ ਨੇ। ਮੈਂ ਪੁਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿੰਨਾ ਸ਼ਾਂਤਮਈ ਪ੍ਰੋਟੈਸਟ ਪਿਛਲੇ 1 ਮਹੀਨੇ ਤੋਂ ਕਿਸਾਨਾਂ ਨੇ ਕੀਤਾ ਵਾ, ਆਪ ਭਾਵੇਂ ਭੁੱਖੇ ਹੋਣਗੇ, ਮਜ਼ਦੂਰਾਂ ਨੇ ਕੀਤਾ ਵਾ, ਉਹਦੇ ਨਾਲ ਦਾ ਸ਼ਾਂਤਮਈ ਪ੍ਰੋਟੈਸਟ ਨਹੀਂ ਹੋ ਸਕਦਾ। ਹੁੱਲੜਬਾਜ਼ੀ ਕਿਸ ਨੂੰ ਕਹਿੰਦੇ ਨੇ? ਉਹ ਬੀਜੇਪੀ ਕਰਦੀ ਹੈ। ਗੁਜਰਾਤ ਵਿੱਚ 2002 ਤੋਂ ਬਾਅਦ ਕਿੰਨੀ ਵਾਰ ਦੰਗੇ ਹੋਏ, ਬੈਸਟ ਬੇਕਰੀ ਕਾਂਡ, ਗੋਦਰਾ ਕਾਂਡ, ਸੈਂਕੜੇ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਮਾਰ ਦਿੱਤਾ ਗਿਆ। ਉਹ ਹੁੱਲੜਬਾਜ਼ੀ ਪੁਰੀ ਸਾਹਿਬ ਨੂੰ ਨਹੀਂ ਲੱਗਦੀ। ਬਾਬਰੀ ਮਸਜਿਦ ਨੂੰ 1992 ਵਿੱਚ ਫੁੱਲ ਪਬਲਿਕ ਵਿਊ ਵਿੱਚ, ਮੀਡੀਆ ਦੀ ਹਾਜ਼ਰੀ ਦੇ ਵਿੱਚ ਬੀਜੇਪੀ ਦੇ ਵੱਡੇ ਵੱਡੇ ਆਗੂਆਂ ਨੇ ਉੱਤੇ ਚੜ੍ਹ ਕੇ ਭੰਨਤੋੜ ਕੀਤੀ। ਉਹ ਇਹਨਾਂ ਨੂੰ ਹੁੱਲੜਬਾਜ਼ੀ ਕੋਈ ਨਹੀਂ ਲੱਗੀ। ਜਿਹੜੀਆਂ ਹਿੰਸਕ ਕਾਰਵਾਈਆਂ ਕਰਦੀ ਬੀਜੇਪੀ, ਉਹ ਇਹਨਾਂ ਨੂੰ ਹੁੱਲੜਬਾਜ਼ੀ ਨਹੀਂ ਲੱਗਦੀ। ਇਸ ਲਈ ਮੈਂ ਸਮਝਦਾ ਕਿ ਹਰਦੀਪ ਪੁਰੀ ਦੇ ਬਿਆਨ ਨੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਜਿਹੜਾ ਸਿਰ ਹੈ ਉਹ ਸ਼ਰਮ ਨਾਲ ਨੀਵਾਂ ਕੀਤਾ ਵਾ ਕਿ ਸਿਰਫ ਇੱਕ ਵਜ਼ਾਰਤ ਰੱਖਣ ਵਾਸਤੇ ਤੁਸੀਂ ਆਪਣੇ ਹੀ ਸੂਬੇ ਦੇ ਲੋਕਾਂ ਨੂੰ, ਆਪਣੇ ਹੀ ਲੋਕਾਂ ਨੂੰ ਤੁਸੀਂ ਭੰਡਦੇ ਹੋ। ਇਸ ਲਈ ਮੇਰੇ ਵੀਰੋ, ਇਹ ਜੋ ਕੁਝ ਪਿਛਲੇ ਦਿਨਾਂ 'ਚ ਹੋ ਰਿਹਾ ਨਾ, ਠੀਕ ਹੈ, ਜਿਹੜੀਆਂ ਪੋਲੀਟੀਕਲ ਪਾਰਟੀਆਂ ਆਪਣੇ ਝੰਡੇ ਲਾ ਕੇ ਕਿਸਾਨਾਂ ਦੇ ਉੱਤੇ ਕਰ ਰਹੀਆਂ ਨੇ ਰੋਸ ਮੁਜ਼ਾਹਰੇ, ਮੈਂ ਸਮਝਦਾ ਉਹ ਉਸ ਨੂੰ ਸਿਆਸੀ ਗਤੀਵਿਧੀ ਕਿਹਾ ਜਾ ਸਕਦਾ। ਜਿੱਦਾਂ ਸੁਖਬੀਰ ਬਾਦਲ ਨੇ ਜਲੂਸ ਕੱਢਿਆ, ਪਹਿਲੀ ਗੱਲ ਤਾਂ ਉਹ ਜਲੂਸ ਦਿੱਲੀ ਤੱਕ ਜਾਣਾ ਚਾਹੀਦਾ ਸੀ, ਮੋਦੀ ਸਾਹਿਬ ਦੇ ਨੂੰ ਘੇਰਾ ਪਾਉਣਾ ਚਾਹੀਦਾ ਸੀ। ਗਵਰਨਰ ਦੇ ਪੱਲੇ ਕੀ ਹੈ ਪੰਜਾਬ ਦੇ? ਉਹ ਤਾਂ ਉਹਨਾਂ ਦਾ ਇੱਕ ਬਣਾਇਆ ਹੋਇਆ ਏਜੰਟ ਹੈ। ਦੂਜਾ, ਉਹਨਾਂ ਨੂੰ ਕਾਲੇ ਝੰਡੇ ਰੱਖਣੇ ਚਾਹੀਦੇ ਸੀ। ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆਏ ਨੇ, ਉਹਨਾਂ ਨੇ ਵੀ ਫਿਰ ਉਹੀ ਗਲਤੀ ਕੀਤੀ, ਕਾਂਗਰਸ ਦੇ ਝੰਡੇ ਲਾ ਕੇ ਟਰੈਕਟਰਾਂ ਦੇ ਤੁਰੇ ਫਿਰਦੇ ਨੇ। ਜੇ ਅੱਜ ਕਿਸਾਨ 1 ਲੱਖ ਕਰੋੜ ਦਾ ਕਰਜ਼ਈ ਆਤਮ ਹੱਤਿਆ ਕਰ ਰਿਹਾ, ਉਹ ਕੋਈ ਪਰਸੋਂ ਚੌਥ ਜਾਂ 10-20-50 ਹਫ਼ਤਿਆਂ ਦੀ ਖੇਡ ਨਹੀਂ ਗੀ। ਪਿਛਲੇ 70-72 ਸਾਲ ਦੀ ਜਿਹੜੀ ਐਂਟੀ ਫਾਰਮਰ ਪਾਲਿਸੀਜ਼ ਦਿੱਲੀੋਂ ਬਣਦੀਆਂ ਰਹੀਆਂ, ਉਹਦੇ ਕਰਕੇ ਹੈ। ਉਹ ਵੀ ਝੰਡੇ ਲਾ ਕੇ ਪੰਜਾਬ ਦੇ ਵਿੱਚ ਘੁੰਮਦੇ ਨੇ। ਔਰ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਆਉਂਦਾ ਬਾਹਰਲਾ ਲੀਡਰ, ਭਗਵੰਤ ਮਾਨ ਖਾਸ ਤੌਰ ਤੇ ਕਹਿੰਦਾ ਕਿ ਇਹ ਰਾਹੁਲ ਗਾਂਧੀ ਨੂੰ ਦਿੱਲੀ ਜਾਣਾ ਚਾਹੀਦਾ ਟਰੈਕਟਰ ਲੈ ਕੇ। ਜੇ ਸੁਖਬੀਰ ਬਾਦਲ ਰੋਸ ਮਾਰਚ ਕਰਦਾ ਤਾਂ ਭਗਵੰਤ ਮਾਨ ਕਹਿੰਦਾ ਇਹਨੂੰ ਜਾ ਕੇ ਸੰਸਦ ਦਾ ਦਿੱਲੀ ਘਿਰਾਓ ਕਰਨਾ ਚਾਹੀਦਾ। ਤੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਦਾ ਕੋਈ ਫਰਜ਼ ਨਹੀਂਗਾ ਸਿੱਖਾਂ ਤੇ, ਪੰਜਾਬੀਆਂ ਤੇ, ਘੱਟ ਗਿਣਤੀਆਂ ਤੇ ਕਿਸਾਨਾਂ ਦੇ ਪ੍ਰਤੀ ਕੋਈ ਫਰਜ਼ ਨਹੀਂਗਾ? ਕੀ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਦਿੱਲੀ ਵਿੱਚ ਬੈਠ ਕੇ ਸੰਸਦ ਦਾ ਘਿਰਾਓ ਕਰਦੇ, ਮੋਦੀ ਦੇ ਘਰ ਦਾ ਘਿਰਾਓ ਕਰਦੇ? ਚਲੋ ਹੋਰ ਕੁਛ ਨਹੀਂ ਤਾਂ ਜੰਤਰ ਮੰਤਰ ਮੋਰਚੇ ਤੇ ਬਹਿ ਜਾਂਦੇ। ਇਹ ਵੀ ਨਹੀਂ ਹੋ ਕਰ ਸਕੇ। ਸੋ ਆ ਅੱਜ ਦੀ ਡੇਟ ਵਿੱਚ ਕਿਸ ਤਰ੍ਹਾਂ ਵੱਖ-ਵੱਖ ਆਗੂ ਆਪਣਾ ਵੱਖ-ਵੱਖ ਕਿਰਦਾਰ ਨਿਭਾ ਰਹੇ ਨੇ, ਉਹ ਮੈਂ ਤੁਹਾਡੇ ਸਨਮੁਖ ਰੱਖਣਾ ਸੀਗਾ। ਕੁਝ ਲੋਕਾਂ ਨੂੰ ਬਹੁਤ ਬੁਰਾ ਲੱਗੇਗਾ ਕਿਉਂਕਿ ਕੁਝ ਲੋਕ ਅੱਖਾਂ ਬੰਦ ਕਰਕੇ ਵਿਦਆਊਟ ਐਨੀ ਲੌਜਿਕ ਅੰਨੇ ਹੋ ਕੇ ਇੱਕ ਬੰਦੇ ਦੀ ਸਪੋਰਟ ਤੇ ਲੱਗੇ ਹੋਏ ਨੇ। ਮੈਨੂੰ ਕੋਈ ਇਤਰਾਜ਼ ਨਹੀਂ, ਲੱਗੇ ਰਹੋ। ਪਰ ਜੋ ਅਸੀਂ ਕਹਿਣਾ ਵਾ ਪੱਖ, ਜੋ ਸੱਚਾਈ ਆ, ਉਸ ਤੋਂ ਸਾਡਾ ਜਿਹੜਾ ਹੈ ਆਵਾਜ਼ ਉਹ ਰੋਕੀ ਤੇ ਬੰਦ ਨਹੀਂ ਕੀਤੀ ਜਾ ਸਕਦੀ। ਜਿਹੜਾ ਕਿਸਾਨਾਂ ਦੇ ਇਹ ਸਾਰੇ ਸੰਘਰਸ਼ ਵਿੱਚ ਇੱਕ ਮੂਕ ਦਰਸ਼ਕ ਤੇ ਚੁੱਪੀ ਧਾਰੀ ਹੈ ਕੇਜਰੀਵਾਲ ਨੂੰ, ਇਹਦਾ ਜਵਾਬ ਤਾਂ ਕਿਸਾਨ ਤੇ ਪੰਜਾਬੀ ਤੇ ਸਿੱਖ ਤੇ ਘੱਟ ਗਿਣਤੀਆਂ ਅਵਸ਼ ਮੰਗਣਗੀਆਂ। ਧੰਨਵਾਦ। ਸੁਖਪਾਲ ਸਿੰਘ ਖਹਿਰਾ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।